ਪਿਆਰੇ ਵਿਦਿਆਰਥੀਓ, ਅੱਜ ਅਸੀਂ 9ਵੀਂ ਜਮਾਤ ਦਾ ਸਾਡਾ ਪਾਠ ਨੰਬਰ 2 ਇਸ ਦਾ ਬੀ ਪਾਰਟ ਪੰਜਾਬ ਫਿਜ਼ੀਓਗ੍ਰਾਫਿਕ ਯੂਨਿਟਸ ਇਸ ਦੀ ਦੁਹਰਾਈ ਕਰਾਂਗੇ। ਤਾਂ ਅਸੀਂ ਪੰਜਾਬ ਧਰਾਤਲ ਅਤੇ ਭੂ ਆਕ੍ਰਿਤੀਆਂ ਇਸ ਦੀ ਰਿਵੀਜ਼ਨ ਕਰਾਂਗੇ। ਤਾਂ ਅਸੀਂ ਸਾਰੇ ਪੰਜਾਬ ਦੇ ਭੌਤਿਕ ਸਰੂਪ ਨਾਲ ਤਾਂ ਜਾਣੂ ਹਾਂ। ਪੰਜਾਬ ਦੇ ਮੈਦਾਨ ਸੰਸਾਰ ਦੇ ਸਭ ਤੋਂ ਵੱਧ ਉਪਜਾਊ ਮੈਦਾਨਾਂ ਵਿੱਚੋਂ ਹਨ। ਪੰਜਾਬ ਦੇ ਧਰਾਤਲੀ ਨਕਸ਼ੇ 'ਤੇ ਜੇ ਅਸੀਂ ਸਰਸਰੀ ਨਜ਼ਰ ਮਾਰੀਏ ਤਾਂ ਜ਼ਿਆਦਾਤਰ ਹਿੱਸਾ ਮੈਦਾਨੀ ਜਾਪਦਾ ਹੈ। ਹਾਲਾਂਕਿ ਭੂਗੋਲਿਕ ਦ੍ਰਿਸ਼ਟੀ ਅਤੇ ਭੂ ਵਿਗਿਆਨ ਬਣਤਰ ਦੇ ਤੌਰ 'ਤੇ ਇਸ ਵਿੱਚ ਕਾਫੀ ਵਖਰੇਵਾਂ ਪਾਇਆ ਜਾਂਦਾ ਹੈ। ਤਾਂ ਤੁਸੀਂ ਦੇਖ ਸਕਦੇ ਹੋ ਭਾਰਤ ਦੇ ਨਕਸ਼ੇ 'ਤੇ ਕਿ ਪੰਜਾਬ ਦੇ ਧਰਾਤਲੀ ਨਕਸ਼ੇ ਦਾ ਜਿਹੜਾ ਸਰਸਰੀ ਨਜ਼ਰ ਹੈ ਅਤੇ ਉਹਦੇ ਜ਼ਿਆਦਾਤਰ ਹਿੱਸਾ ਮੈਦਾਨੀ ਜਾਪਦਾ ਹੈ। ਹਾਲਾਂਕਿ ਇਹਦੇ 'ਚ ਵੇਰੀਏਸ਼ਨ ਬਹੁਤ ਜ਼ਿਆਦਾ ਹੈ। ਫਿਜ਼ੀਓਗ੍ਰਾਫਿਕ ਯੂਨਿਟਸ ਪੰਜਾਬ ਦੇ ਵਿੱਚ ਬਹੁਤ ਹੈਗੇ। ਤਾਂ ਅਸੀਂ ਅੱਜ ਇਸ ਪਾਠ ਦੇ ਵਿੱਚ ਪੰਜਾਬ ਫਿਜ਼ੀਓਗ੍ਰਾਫਿਕ ਯੂਨਿਟਸ ਪੜ੍ਹਾਂਗੇ। ਤਾਂ ਪੰਜਾਬ ਦੇ ਪੂਰਬ ਅਤੇ ਉੱਤਰ ਪੂਰਬ ਵਿੱਚ ਸ਼ਿਵਾਲਿਕ ਦੇ ਪਹਾੜ ਨੇ। ਪੰਜਾਬ ਦੇ ਦੱਖਣ ਪੱਛਮ ਹਿੱਸੇ ਵਿੱਚ ਰੇਤ ਦੇ ਟਿੱਬੇ ਵੀ ਮਿਲਦੇ ਨੇ। ਪੰਜਾਬ ਦੇ ਧਰਾਤਲ ਨੂੰ ਅਸੀਂ ਇਸ ਤਰ੍ਹਾਂ ਵੰਡ ਸਕਦੇ ਹਾਂ ਕਿ ਸ਼ਿਵਾਲਿਕ ਦੇ ਪਹਾੜ ਰਾਵੀ ਤੋਂ ਬਿਆਸ ਦਰਿਆ ਤੱਕ ਗੁਰਦਾਸਪੁਰ ਪਠਾਨਕੋਟ ਸ਼ਿਵਾਲਿਕ, ਬਿਆਸ ਤੋਂ ਸਤਲੁਜ ਦਰਿਆ ਤੱਕ ਹੁਸ਼ਿਆਰਪੁਰ ਸ਼ਿਵਾਲਿਕ, ਸਤਲੁਜ ਤੋਂ ਘੱਗਰ ਤੱਕ ਰੋਪੜ ਸ਼ਿਵਾਲਿਕ ਆਉਂਦਾ। ਤਾਂ ਸ਼ਿਵਾਲਿਕ ਦੇ ਪਹਾੜ ਬਾਹਰੀ ਹਿਮਾਲਿਆ ਦਾ ਹਿੱਸਾ ਹਨ ਅਤੇ ਪੰਜਾਬ ਦੇ ਪੂਰਬ ਵਿੱਚ ਹਿਮਾਚਲ ਪ੍ਰਦੇਸ਼ ਦੀ ਸਰਹੱਦ ਦੇ ਨਾਲ ਲੱਗਦੇ ਖੇਤਰ ਵਿੱਚ 280 ਕਿਲੋਮੀਟਰ ਦੀ ਲੰਬਾਈ 'ਚ ਫੈਲੇ ਹੋਏ ਨੇ। ਇਹ ਪਹਾੜੀ ਲੜੀ ਦੀ ਔਸਤ ਚੌੜਾਈ 5 ਤੋਂ 12 ਕਿਲੋਮੀਟਰ ਤੱਕ ਹੈ ਅਤੇ ਸਮੁੰਦਰੀ ਤਲ ਤੋਂ ਔਸਤ ਉਚਾਈ 600 ਤੋਂ 1500 ਮੀਟਰ ਤੱਕ ਹੈ। ਤਾਂ ਅਸੀਂ ਸ਼ਿਵਾਲਿਕ ਦੀ ਅੱਗੇ ਉਤਪੱਤੀ ਦੀ ਗੱਲ ਕਰਾਂਗੇ। ਤਾਂ ਸ਼ਿਵਾਲਿਕ ਦੇ ਪਹਾੜ ਹਿਮਾਲਿਆ ਪਰਬਤ ਸ਼੍ਰੇਣੀ ਬਣਨ ਵੇਲੇ ਟੈਥੀਜ਼ ਸਾਗਰ ਵਿੱਚ ਜਮ੍ਹਾਂ ਹੋਏ ਗਾਰੇ, ਚੀਕਣੀ ਮਿੱਟੀ, ਕੌਂਗਲੋਮੀਰੇਟ, ਕੰਕਰਾਂ, ਪੱਥਰਾਂ ਆਦਿ ਦੇ ਜਮ੍ਹਾਂ ਹੋਣ ਕਾਰਨ ਅਤੇ ਉਸ ਦੇ ਉੱਚੇ ਉੱਠਣ ਨਾਲ ਬਣੇ। ਸ਼ਿਵਾਲਿਕ ਦੇ ਪਹਾੜ ਜਿਹੜੇ ਹੈਗੇ ਇਹ ਹਿਮਾਲਿਆ ਪਰਬਤ ਸ਼੍ਰੇਣੀ ਬਣਨ ਵੇਲੇ ਟੈਥੀਜ਼ ਸਾਗਰ ਵਿੱਚ ਜਮ੍ਹਾਂ ਹੋਏ ਗਾਰੇ ਦੇ ਨਾਲ ਚੀਕਣੀ ਮਿੱਟੀ ਹੋ ਗਈ, ਕੌਂਗਲੋਮੀਰੇਟ ਹੋ ਗਿਆ, ਕੰਕਰ ਪੱਥਰ ਆਦਿ ਦੇ ਜਮ੍ਹਾਂ ਹੋਣ ਕਰਕੇ ਉੱਚਾ ਉੱਠਣ ਨਾਲ ਬਣੇ। ਇੱਕ ਵਿਚਾਰ ਇਹ ਵੀ ਆਉਂਦਾ ਹੈ ਕਿ ਇਸ ਵਿਚਾਰ ਅਨੁਸਾਰ ਮੱਧ ਮਾਇਓਸੀਨ ਕਾਲ ਵਿੱਚ ਹਿਮਾਲਿਆ ਦੇ ਬਣਨ ਵੇਲੇ ਹਿਮਾਲਿਆ ਦੇ ਸਾਹਮਣੇ ਇੱਕ ਨਾਮਾਤਰ ਡੂੰਘ ਜਾਂ ਛਿਛਲਾ ਸਾਗਰ ਹੋਂਦ ਵਿੱਚ ਆਇਆ। ਤਾਂ ਲੱਖਾਂ ਸਾਲਾਂ ਤੱਕ ਇਸ ਵਿੱਚ ਨਿਖੇਪ ਹੁੰਦਾ ਰਿਹਾ ਅਤੇ ਗੋਂਡਵਾਨਾ ਲੈਂਡ ਯੂਰੇਸ਼ੀਆ ਪਲੇਟਾਂ ਨਾਲ ਟਕਰਾਉਣ ਕਾਰਨ ਇਹ ਨਿਖੇਪ ਉੱਚੇ ਉੱਠ ਕੇ ਪਹਾੜਾਂ ਦੇ ਇਹਨਾਂ ਨੇ ਰੂਪ ਧਾਰਨ ਕਰ ਲਿਆ। ਤਾਂ ਇਹਦੇ ਵਿੱਚ ਅਸੀਂ ਨਕਸ਼ੇ ਵਿੱਚ ਦੇਖ ਸਕਦੇ ਹਾਂ ਕਿ ਸ਼ਿਵਾਲਿਕ ਦੀ ਜਿਹੜੀ ਉਤਪੱਤੀ ਹੈ ਇਹਦੇ ਵਿੱਚ ਇਹ ਪਹਾੜ ਜਿਹੜੇ ਹੈਗੇ ਇਹ ਚੀਕਣੀ ਮਿੱਟੀ, ਕੌਂਗਲੋਮੀਰੇਟ, ਕੰਕਰ ਪੱਥਰ ਦਾ ਦੇ ਜਮ੍ਹਾਂ ਹੋਣ ਨਾਲ ਅਤੇ ਉੱਚੇ ਉੱਠਣ ਦੇ ਨਾਲ ਬਣੇ। ਤਾਂ ਹਿਮਾਲਿਆ ਦੇ ਸਾਹਮਣੇ ਇੱਕ ਨਾਮਾਤਰ ਦਾ ਡੂੰਘ ਸੀਗਾ ਜਿਹਨੂੰ ਛਿਛਲਾ ਸਾਗਰ ਹੋਂਦ 'ਚ ਆਇਆ। ਤਾਂ ਲੱਖਾਂ ਸਾਲਾਂ ਤੱਕ ਇਸ ਵਿੱਚ ਨਿਖੇਪ ਹੁੰਦਾ ਰਿਹਾ ਅਤੇ ਗੋਂਡਵਾਨਾ ਲੈਂਡ ਦੇ ਯੂਰੇਸ਼ੀਆ ਪਲੇਟਾਂ ਦੇ ਨਾਲ ਟਕਰਾਉਣ ਨਾਲ ਇਹ ਨਿਖੇਪ ਉੱਚਾ ਉੱਠ ਕੇ ਪਹਾੜਾਂ ਦਾ ਇਸ ਨੇ ਰੂਪ ਧਾਰਨ ਕਰ ਲਿਆ। ਅੱਗੇ ਅਸੀਂ ਗੱਲ ਕਰਾਂਗੇ ਗੁਰਦਾਸਪੁਰ ਪਠਾਨਕੋਟ ਸ਼ਿਵਾਲਿਕ ਦੀ। ਇਹ ਸ਼ਿਵਾਲਿਕ ਲੜੀ ਜਿਹੜੀ ਹੈਗੀ ਗੁਰਦਾਸਪੁਰ ਪਠਾਨਕੋਟ ਸ਼ਿਵਾਲਿਕ, ਤਾਂ ਇਹ ਪਹਾੜੀ ਲੜੀ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਦੇ ਵਿੱਚ ਫੈਲੀ ਹੋਈ ਹੈ। ਪਠਾਨਕੋਟ ਜ਼ਿਲ੍ਹੇ ਦਾ ਧਾਰ ਕਲਾਂ ਬਲਾਕ ਪੂਰੀ ਤਰ੍ਹਾਂ ਸ਼ਿਵਾਲਿਕ ਦੇ ਪਹਾੜਾਂ 'ਚ ਪੈਂਦਾ। ਇਹਨਾਂ ਪਹਾੜਾਂ ਦੀ ਔਸਤ ਉਚਾਈ 1000 ਮੀਟਰ ਦੇ ਲਗਭਗ ਹੈ। ਇਸ ਖੇਤਰ ਦੀਆਂ ਪਹਾੜੀ ਢਲਾਨਾਂ ਪਾਣੀ ਦੇ ਤੇਜ਼ ਕਟਾਅ ਕਾਰਨ ਡੂੰਘੀਆਂ ਖੱਡਾਂ ਦਾ ਰੂਪ ਇਹਨਾਂ ਨੇ ਧਾਰਨ ਕਰ ਲਿਆ ਅਤੇ ਇਸ ਖੇਤਰ ਵਿੱਚ ਵਗਣ ਵਾਲੇ ਮੌਸਮੀ ਦਰਿਆ ਚੱਕੀ ਖੱਡ ਅਤੇ ਉਸ ਦੀਆਂ ਸਹਾਇਕ ਨਦੀਆਂ ਬਿਆਸ ਦਰਿਆ ਵਿੱਚ ਡਿੱਗਦੇ ਨੇ। ਅੱਗੇ ਅਸੀਂ ਗੱਲ ਕਰਾਂਗੇ, ਰਿਵਾਈਜ਼ ਕਰਾਂਗੇ ਹੁਸ਼ਿਆਰਪੁਰ ਸ਼ਿਵਾਲਿਕ। ਹੁਸ਼ਿਆਰਪੁਰ ਸ਼ਿਵਾਲਿਕ ਬਿਆਸ ਅਤੇ ਸਤਲੁਜ ਦਰਿਆਵਾਂ ਵਿਚਾਲੇ ਪੈਂਦੇ ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਨਵਾਂਸ਼ਹਿਰ ਅਤੇ ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਬਲਾਕ ਵਿਚਾਲੇ 130 ਕਿਲੋਮੀਟਰ ਦੀ ਲੰਬਾਈ ਅਤੇ 5 ਤੋਂ 8 ਕਿਲੋਮੀਟਰ ਚੌੜਾਈ ਵਿੱਚ ਫੈਲੇ ਹੋਏ ਨੇ। ਇਹ ਉੱਤਰ ਵਿੱਚ ਜ਼ਿਆਦਾ ਚੌੜੇ ਅਤੇ ਦੱਖਣ ਵਿੱਚ ਨੀਵੇਂ ਨੇ ਅਤੇ ਸੌੜੇ ਹਨ। ਇਸ ਦਾ ਸਭ ਤੋਂ ਉੱਚਾ ਬਲਾਕ ਤਲਵਾੜਾ ਹੈ ਜਿਸ ਦੀ ਉਚਾਈ 741 ਮੀਟਰ ਹੈ। ਸ਼ਿਵਾਲਿਕ ਦੀਆਂ ਇਹ ਢਲਾਨਾਂ ਦੀ ਨਾਲੀਦਾਰ ਅਪਰਦਨ ਦਾ ਬੁਰੀ ਤਰ੍ਹਾਂ ਇਹ ਸ਼ਿਕਾਰ ਨੇ
ਅਤੇ ਬਹੁਤ ਜ਼ਿਆਦਾ ਕਟਿਆ ਫਟੇ ਨੇ। ਔਸਤਨ ਹਰ 1 ਕਿਲੋਮੀਟਰ ਬਾਅਦ ਇੱਕ ਚੋਅ ਆਉਂਦਾ। ਇਹਨਾਂ ਚੋਆਂ ਦੇ ਸ਼ਿਖਰ 'ਤੇ ਜਿਹੜਾ ਹੈਗਾ ਸ਼ਿਖਰ ਮੱਧ ਅਪਰਦਨ ਕਾਰਨ ਇਹ ਪਹਾੜ ਕਈ ਜਗ੍ਹਾ ਤੋਂ ਕਟੇ ਹੋਏ ਨੇ। ਹੁਸ਼ਿਆਰਪੁਰ ਦੇ ਦੱਖਣ ਵਿੱਚ ਇਸ ਨੂੰ ਕਟਾਰ ਕੀ ਤਾਰ ਵੀ ਕਿਹਾ ਜਾਂਦਾ ਹੈ ਅਤੇ ਇਸ ਦਾ ਵਿਚਕਾਰਲਾ ਭਾਗ ਗੜਸ਼ੰਕਰ ਦੇ ਪੂਰਬ ਵਿੱਚ ਸਥਿਤ ਹੈ। ਕੋਟ ਮੈਰਾਂ ਡੱਲੇ ਕੀ ਖੱਡ ਇੱਥੇ ਕੁਝ ਪ੍ਰਮੁੱਖ ਚੋਅ ਨੇ। ਅੱਗੇ ਅਸੀਂ ਦੁਹਰਾਵਾਂਗੇ ਰੋਪੜ ਸ਼ਿਵਾਲਿਕ। ਤਾਂ ਸ਼ਿਵਾਲਿਕ ਦੀ ਇਹ ਲੜੀ ਸਤਲੁਜ ਅਤੇ ਘੱਗਰ ਦਰਿਆਵਾਂ ਦੇ ਵਿਚਕਾਰ ਰੂਪਨਗਰ, ਜਿਹਨੂੰ ਰੋਪੜ ਕਹਿੰਦੇ ਸੀ, ਜ਼ਿਲ੍ਹੇ ਵਿੱਚ ਹਿਮਾਚਲ ਪ੍ਰਦੇਸ਼ ਦੀ ਸਰਹੱਦ ਦੇ ਉੱਤਰ ਪੱਛਮ ਦੇ ਦੱਖਣ ਪੂਰਬ ਵੱਲ ਸਥਿਤ ਹੈ। ਇਹ ਪਹਾੜ ਉੱਤਰ ਵਿੱਚ ਨੰਗਲ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਨੇੜੇ ਘੱਗਰ ਦਰਿਆ ਤੱਕ ਚਲੇ ਜਾਂਦੇ ਨੇ। ਇਸ ਦੀ ਲੰਬਾਈ 90 ਕਿਲੋਮੀਟਰ ਤੱਕ ਹੈ ਅਤੇ ਇਹ ਲੜੀ ਦੀ ਨਿਰੰਤਰਤਾ ਸਤਲੁਜ ਦੀ ਸਹਾਇਕ ਨਦੀ ਸਰਸਾ ਕਾਰਨ ਟੁੱਟ ਜਾਂਦੀ ਹੈ। ਦੂਸਰੀਆਂ ਸ਼ਿਵਾਲਿਕ ਲੜੀਆਂ ਦੀ ਤਰ੍ਹਾਂ ਇਹ ਲੜੀ ਵੀ ਮੌਸਮੀ ਚੋਆਂ ਨਾਲ ਭਰੀ ਹੋਈ ਹੈ। ਤਾਂ ਇਹ ਲੜੀ ਜਿਹੜੀ ਹੈਗੀ ਇਹ ਵੀ ਮੌਸਮੀ ਚੋਆਂ ਦੇ ਨਾਲ ਭਰੀ ਹੋਈ ਹੈ। ਇੱਥੇ ਇਹਨਾਂ ਚੋਆਂ ਨੂੰ ਰੌ ਅਤੇ ਘਾੜ ਵੀ ਕਿਹਾ ਜਾਂਦਾ ਹੈ। ਤਾਂ ਰੋਪੜ ਸ਼ਿਵਾਲਿਕ ਦੀ ਜਿਹੜੀ ਲੜੀ ਹੈ ਇਹ ਸਤਲੁਜ ਅਤੇ ਘੱਗਰ ਦਰਿਆ ਦੇ ਵਿਚਕਾਰ ਰੂਪਨਗਰ ਰੋਪੜ ਜ਼ਿਲ੍ਹੇ ਵਿੱਚ ਹਿਮਾਚਲ ਪ੍ਰਦੇਸ਼ ਦੀ ਸਰਹੱਦ ਦੇ ਉੱਤਰ ਪੱਛਮ ਤੋਂ ਦੱਖਣ ਪੂਰਬ ਵੱਲ ਸਥਿਤ ਹੈ। ਇਹ ਪਹਾੜ ਉੱਤਰ ਵਿੱਚ ਨੰਗਲ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਦੇ ਘੱਗਰ ਦਰਿਆ ਤੱਕ ਚਲੇ ਜਾਂਦੇ ਨੇ ਅਤੇ ਇਸ ਦੀ ਲੰਬਾਈ 90 ਕਿਲੋਮੀਟਰ ਤੱਕ ਹੈ। ਇਸ ਲੜੀ ਦੀ ਨਿਰੰਤਰਤਾ ਸਤਲੁਜ ਦੀ ਸਹਾਇਕ ਨਦੀ ਸਰਸਾ ਕਾਰਨ ਟੁੱਟ ਜਾਂਦੀ ਹੈ। ਦੂਸਰੀਆਂ ਸ਼ਿਵਾਲਿਕ ਲੜੀਆਂ ਦੀ ਤਰ੍ਹਾਂ ਇਹ ਲੜੀ ਵੀ ਮੌਸਮੀ ਚੋਆਂ ਨਾਲ ਭਰੀ ਹੋਈ ਹੈ। ਇੱਥੇ ਇਹਨਾਂ ਚੋਆਂ ਨੂੰ ਰੌ ਅਤੇ ਘਾੜ ਵੀ ਕਿਹਾ ਜਾਂਦਾ। ਤਾਂ ਅੱਗੇ ਕੰਢੀ ਖੇਤਰ ਦੀ ਅਸੀਂ ਗੱਲ ਕਰਾਂਗੇ। ਕੰਢੀ ਖੇਤਰ ਪੰਜਾਬ ਦੇ ਸ਼ਿਵਾਲਿਕ ਪਹਾੜਾਂ ਦੇ ਪੱਛਮ ਵੱਲ ਅਤੇ ਰੂਪਨਗਰ ਰੋਪੜ ਜ਼ਿਲ੍ਹੇ ਦੇ ਨੂਰਪੁਰ ਬੇਦੀ ਤਹਿਸੀਲ ਦੇ ਪੂਰਬ ਵੱਲ ਕੱਟੇ ਵੱਡੇ ਲਹਿਰੀਏਦਾਰ ਮੈਦਾਨ ਮਿਲਦੇ ਨੇ, ਜਿਸ ਨੂੰ ਸਥਾਨਕ ਭਾਸ਼ਾ ਵਿੱਚ ਕੰਢੀ ਦਾ ਇਲਾਕਾ ਕਿਹਾ ਜਾਂਦਾ। ਇਹ ਖੇਤਰ ਪੰਜਾਬ ਦੇ 5 ਜ਼ਿਲ੍ਹਿਆਂ ਅਤੇ 22 ਬਲਾਕਾਂ ਵਿੱਚ 5 ਲੱਖ ਹੈਕਟੇਅਰ 'ਚ ਫੈਲਿਆ ਹੋਇਆ ਹੈ, ਜੋ ਰਾਜ ਦੇ ਜਿਹੜਾ ਕੁੱਲ ਖੇਤਰਫਲ ਦਾ 10% ਹਿੱਸਾ ਬਣਦਾ ਹੈ। ਪੰਜਾਬ ਸਰਕਾਰ ਨੇ ਡੇਰਾਬੱਸੀ, ਚੰਡੀਗੜ੍ਹ, ਰੋਪੜ, ਬਲਾਚੌਰ, ਹੁਸ਼ਿਆਰਪੁਰ, ਮੁਕੇਰੀਆਂ ਦਾ ਸਾਰਾ ਅਜਿਹਾ ਖੇਤਰ ਕੰਢੀ ਖੇਤਰ ਵੱਲੋਂ ਇਸ ਨੂੰ ਨੋਟੀਫਾਈ ਕੀਤਾ ਹੋਇਆ। ਇਸ ਖੇਤਰ ਦੀਆਂ ਮਿੱਟੀਆਂ ਮੁਸਾਮਦਾਰ ਨੇ। ਇਹ ਪੂਰਾ ਖੇਤਰ ਚੋਆਂ ਨਾਲ ਭਰਿਆ ਹੋਇਆ ਅਤੇ ਸ਼ਿਵਾਲਿਕ ਦੇ ਨਾਲ ਨਾਲ ਸੌੜੀ ਪੱਟੀ ਦੇ ਰੂਪ ਵਿੱਚ 300 ਮੀਟਰ ਤੋਂ 400 ਮੀਟਰ ਦੀਆਂ ਸਮੁੱਚ ਰੇਖਾਵਾਂ ਦੀ ਉਚਾਈ ਵਿੱਚ ਫੈਲਿਆ ਹੋਇਆ। ਤਾਂ ਇਹ ਸੀ ਕੰਢੀ ਖੇਤਰ। ਕੰਢੀ ਖੇਤਰ ਤੋਂ ਬਾਅਦ ਅਸੀਂ ਵਿਸ਼ਾਲ ਜਲੋੜੀ ਮੈਦਾਨ ਜਿਹੜੇ ਨੇ ਉਹਨਾਂ ਦੀ ਦੁਹਰਾਈ ਕਰਾਂਗੇ। ਤਾਂ ਪੰਜਾਬ ਦਾ 70% ਭੂ ਭਾਗ ਪੱਧਰੇ ਜਲੋੜ ਦੇ ਮੈਦਾਨ ਨੇ। ਇਹ ਮੈਦਾਨ 3 ਪ੍ਰਮੁੱਖ ਭੂਗੋਲਿਕ ਇਕਾਈਆਂ ਵਿੱਚ ਵੰਡੇ ਹੋਏ ਨੇ। ਇਹ ਜਿਹੜੇ ਮੈਦਾਨ ਨੇ 3 ਮੇਨ ਪ੍ਰਮੁੱਖ ਭੂਗੋਲਿਕ ਇਕਾਈਆਂ ਵਿੱਚ ਵੰਡੇ ਹੋਏ ਨੇ। ਦੁਆਬ ਜਿਹੜਾ ਹੈਗਾ 2 ਦਰਿਆਵਾਂ ਦੇ ਵਿਚਕਾਰਲਾ ਇਲਾਕਾ। ਅਸੀਂ ਪਹਿਲਾਂ ਪੜ੍ਹਿਆ ਸੀਗਾ ਕਿ ਦੁਆਬ 2 ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਦੁਆਬ ਕਿਹਾ ਜਾਂਦਾ ਹੈ। ਤਾਂ ਪੰਜਾਬ ਦੇ ਜਲੋੜੀ ਮੈਦਾਨ ਦੀ ਜੇ ਅਸੀਂ ਗੱਲ ਕਰੀਏ ਤਾਂ ਸਾਡੇ ਕੋਲ 3 ਜਿਹੜੇ ਹੈਗੇ ਉਹ ਰੀਜਨ, ਬਾਰੀ ਦੁਆਬ, ਬਿਸਤ ਦੁਆਬ ਅਤੇ ਸਿੱਜ ਦੁਆਬ। ਬਾਰੀ ਦੁਆਬ ਜਿਹੜਾ ਹੈਗਾ ਇਹ ਜਿਵੇਂ ਬੱਬੇ ਤੋਂ ਬਿਆਸ ਅਤੇ ਰਾਰੇ ਤੋਂ ਰਾਵੀ, ਬਿਆਸ ਔਰ ਰਾਵੀ ਦੇ ਵਿਚਕਾਰਲਾ ਇਲਾਕਾ ਹੈ। ਇਸੇ ਤਰ੍ਹਾਂ ਬਿਸਤ ਦੁਆਬ ਬੱਬੇ ਤੋਂ ਬਿਆਸ ਅਤੇ ਸੱਸੇ ਤੋਂ ਸਤਲੁਜ, ਬਿਸਤ ਬਿਆਸ ਅਤੇ ਸਤਲੁਜ ਦੇ ਵਿਚਕਾਰਲਾ ਇਲਾਕਾ ਹੈ। ਇਸੇ ਤਰ੍ਹਾਂ ਸਿੱਜ ਦੁਆਬ ਸਤਲੁਜ ਅਤੇ ਜਮਨਾ ਦੇ ਵਿਚਕਾਰਲਾ ਇਲਾਕਾ ਹੈ। ਤਾਂ ਬਾਰੀ ਦੁਆਬ ਦਾ ਜਿਹੜਾ ਇਲਾਕਾ ਇਹਦੇ ਵਿੱਚ ਰਾਵੀ, ਸੱਕੀ ਕਿਰਨ ਆ ਗਿਆ, ਸੱਕੀ ਕਿਰਨ ਅਤੇ ਉਦਿਆਰਾ ਅਤੇ ਕਸੂਰ ਪੱਟੀ ਬਿਆਸ। ਇਸੇ ਤਰ੍ਹਾਂ ਬਿਸਤ ਦੁਆਬ ਦੇ ਵਿੱਚ ਪੱਛਮੀ ਦੁਆਬ ਆ ਗਿਆ, ਮੰਜਕੀ ਦੁਆਬ, ਢੱਕ ਦੁਆਬ, ਬੇਟ ਅਤੇ ਖਾਦੜ। ਸਿੱਜ ਦੁਆਬ ਦੇ ਵਿੱਚ ਕੋਟਕਪੂਰਾ ਪਠਾਰ, ਨੈਲੀ, ਪੁਆਧ, ਹੜ੍ਹਾਂ ਦੇ ਮੈਦਾਨ ਅਤੇ ਰੇਤਲੇ ਟਿੱਬਿਆਂ ਦੇ। ਤਾਂ ਅੱਗੇ ਅਸੀਂ ਦੁਹਰਾਵਾਂਗੇ ਪੰਜਾਬ ਦੇ ਮੈਦਾਨ। ਤਾਂ ਪੰਜਾਬ ਦੇ ਜਿਹੜੇ ਮੈਦਾਨ ਨੇ, ਪੰਜਾਬ ਵਿੱਚ ਰਾਵੀ ਅਤੇ ਬਿਆਸ ਦਰਿਆਵਾਂ ਵਿਚਕਾਰਲੇ ਖੇਤਰ ਨੂੰ ਇਹ ਬਾਰੀ ਦੁਆਬ ਹੈ। ਇਸ ਇਲਾਕੇ ਨੂੰ ਮਾਝੇ ਦਾ ਇਲਾਕਾ ਵੀ ਕਿਹਾ ਜਾਂਦਾ। ਇਸ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨਤਾਰਨ ਦੇ ਜ਼ਿਲ੍ਹੇ ਆਉਂਦੇ ਹੈ। ਬਿਸਤ ਦੁਆਬ ਜਿਹੜਾ ਹੈਗਾ ਬਿਆਸ ਅਤੇ ਸਤਲੁਜ ਦਰਿਆਵਾਂ ਵਿਚਕਾਰਲਾ ਇਲਾਕਾ ਹੈ, ਜਿਸ ਵਿੱਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ, ਨਵਾਂਸ਼ਹਿਰ ਦੇ ਜ਼ਿਲ੍ਹੇ ਆਉਂਦੇ ਨੇ। ਮਾਲਵਾ ਸਭ ਤੋਂ ਵੱਡਾ ਖੇਤਰ ਹੈ। ਇਸ ਵਿੱਚ ਫਿਰੋਜ਼ਪੁਰ, ਫਰੀਦਕੋਟ ਅਤੇ ਉੱਤਰੀ ਭਾਗ, ਮੋਗਾ, ਲੁਧਿਆਣਾ, ਬਰਨਾਲਾ, ਸੰਗਰੂਰ, ਪਟਿਆਲਾ, ਪੱਛਮੀ ਰੂਪਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ, ਫਤਿਹਗੜ੍ਹ ਸਾਹਿਬ ਆਦਿ ਇਹ ਜਿਹੜੇ ਜ਼ਿਲ੍ਹੇ ਆਉਂਦੇ ਹਨ।
ਤਾਂ ਪੰਜਾਬ ਦੇ ਮੈਦਾਨਾਂ ਦੇ ਵਿੱਚ ਇਹਦੇ ਪੰਜਾਬ ਦੇ 3 ਰੀਜਨਸ ਹੈਗੇ। ਤਾਂ ਅਸੀਂ ਅੱਗੇ ਦੇਖਾਂਗੇ ਪੰਜਾਬ ਦੇ ਮੈਦਾਨਾਂ ਦੀ ਉਤਪੱਤੀ ਕਿੱਥੋਂ ਹੋਈ ਹੈ। ਤਾਂ ਪੰਜਾਬ ਦੇ ਮੈਦਾਨਾਂ ਦੀ ਉਤਪੱਤੀ ਦੇ ਸੰਬੰਧ ਦੇ ਵਿੱਚ ਪੰਜਾਬ ਦੇ ਜਿਹੜੇ ਮੈਦਾਨ ਨੇ ਗੰਗਾ ਅਤੇ ਸਿੰਧ ਦੇ ਮੈਦਾਨਾਂ ਦਾ ਹਿੱਸਾ ਹਨ। ਪੰਜਾਬ ਦੇ ਮੈਦਾਨ ਗੰਗਾ ਅਤੇ ਸਿੰਧ ਦੇ ਮੈਦਾਨਾਂ ਦਾ ਹਿੱਸਾ ਹਨ। ਇਹ ਮੈਦਾਨ ਸਿੰਧ ਅਤੇ ਉਸ ਦੀਆਂ ਸਹਾਇਕ ਨਦੀਆਂ ਰਾਵੀ, ਬਿਆਸ, ਸਤਲੁਜ ਅਤੇ ਇਹਨਾਂ ਦੀਆਂ ਅੱਗੇ ਸਹਾਇਕ ਨਦੀਆਂ ਦੁਆਰਾ ਹਿਮਾਲਿਆ ਤੋਂ ਖੋਰ ਕੇ ਲਿਆਂਦੀ ਮਿੱਟੀ ਦੇ ਜਮ੍ਹਾਂ ਹੋਣ ਨਾਲ ਬਣਿਆ। ਮੈਦਾਨਾਂ ਦੀ ਸਮੁੰਦਰ ਤਲ ਤੋਂ ਔਸਤ ਉਚਾਈ 200 ਤੋਂ 300 ਮੀਟਰ ਤੱਕ ਹੈ ਅਤੇ ਇਹਨਾਂ ਦੀ ਢਲਾਣ ਪੂਰਬ ਤੋਂ ਪੱਛਮ ਵੱਲ ਹੈ। ਤਾਂ ਪੰਜਾਬ ਦੇ ਮੈਦਾਨ ਗੰਗਾ ਅਤੇ ਸਿੰਧ ਦੇ ਮੈਦਾਨਾਂ ਦਾ ਹਿੱਸਾ ਹਨ। ਇਹ ਮੈਦਾਨ ਸਿੰਧ ਅਤੇ ਉਸ ਦੀਆਂ ਸਹਾਇਕ ਨਦੀਆਂ ਜਿਹੜੀਆਂ ਹੈਗੀਆਂ ਰਾਵੀ, ਬਿਆਸ, ਸਤਲੁਜ ਅਤੇ ਇਹਨਾਂ ਦੀ ਅੱਗੇ ਸਹਾਇਕ ਨਦੀਆਂ ਦੁਆਰਾ ਹਿਮਾਲਿਆ ਤੋਂ ਖੋਰ ਕੇ ਲਿਆਂਦੀ ਮਿੱਟੀ ਦੇ ਜਮ੍ਹਾਂ ਹੋਣ ਨਾਲ ਬਣੇ। ਮੈਦਾਨਾਂ ਦੀ ਸਮੁੰਦਰ ਤਲ ਤੋਂ ਔਸਤ ਉਚਾਈ 200 ਤੋਂ 300 ਮੀਟਰ ਹੈ ਅਤੇ ਇਹਨਾਂ ਦੀ ਢਲਾਣ ਪੂਰਬ ਤੋਂ ਪੱਛਮ ਵੱਲ ਹੈ। ਅੱਗੇ ਅਸੀਂ ਗੱਲ ਕਰਾਂਗੇ ਬੇੜ ਅਤੇ ਖਾਦਰ ਦੇ ਮੈਦਾਨ। ਤਾਂ ਮੈਦਾਨਾਂ ਵਿੱਚ ਨਦੀਆਂ ਨੇ ਸਮੇਂ-ਸਮੇਂ ਤੋਂ ਆਪਣੇ ਰਸਤੇ ਬਦਲੇ ਨੇ। ਇਸ ਕਾਰਨ ਇਹਨਾਂ ਨਦੀਆਂ ਦੇ ਕੰਢਿਆਂ 'ਤੇ ਢਾਹੇ ਬਣ ਗਏ ਨੇ। ਇਹਨਾਂ ਦੀ ਉਚਾਈ 1 ਮੀਟਰ ਤੋਂ 6 ਮੀਟਰ ਤੱਕ ਹੋ ਸਕਦੀ ਹੈ। ਸੜਕ ਦੇ ਰਸਤੇ ਜਲੰਧਰ ਤੋਂ ਲੁਧਿਆਣੇ ਜਾਂਦੇ ਹੋਏ ਸਤਲੁਜ ਦੇ ਪੁਲ ਤੋਂ ਪਹਿਲਾਂ ਫਲੋਰ ਵਿੱਚ ਇਸ ਤਰ੍ਹਾਂ ਦਾ ਢਾਹਾ ਦੇਖਿਆ ਜਾ ਸਕਦਾ ਹੈ। ਤਾਂ ਸਤਲੁਜ ਦਰਿਆ ਦੇ ਕੰਢੇ ਦੇ ਨਾਲ ਬਣੇ ਹੋਏ ਢਾਹੇ ਨੇ। ਤਾਂ ਅਸੀਂ ਗੱਲ ਕਰ ਰਹੇ ਹਾਂ ਬੇੜ ਅਤੇ ਖਾਦਰ ਦੇ ਮੈਦਾਨਾਂ ਦੀ। ਤਾਂ ਮੈਦਾਨਾਂ ਵਿੱਚ ਨਦੀਆਂ ਨੇ ਸਮੇਂ-ਸਮੇਂ ਤੋਂ ਆਪਣੇ ਰਸਤੇ ਬਦਲੇ ਨੇ ਅਤੇ ਇਸ ਕਾਰਨ ਇਹਨਾਂ ਨਦੀਆਂ ਦੇ ਕੰਢਿਆਂ 'ਤੇ ਢਾਹੇ ਬਣੇ ਨੇ ਅਤੇ ਇਹਨਾਂ ਦੀ ਉਚਾਈ 1 ਮੀਟਰ ਤੋਂ 6 ਮੀਟਰ ਤੱਕ ਹੋ ਸਕਦੀ ਹੈ। ਸੜਕ ਦੇ ਰਸਤੇ ਜਲੰਧਰ ਤੋਂ ਲੁਧਿਆਣੇ ਜਾਂਦੇ ਹੋਏ ਸਤਲੁਜ ਦੇ ਪੁਲ ਤੋਂ ਪਹਿਲਾਂ ਫਲੋਰ ਵਿੱਚ ਇਸ ਤਰ੍ਹਾਂ ਦਾ ਢਾਹਾ ਦੇਖਿਆ ਜਾ ਸਕਦਾ ਹੈ। ਤਾਂ ਅੱਗੇ ਅਸੀਂ ਬੇੜ ਜਾਂ ਖਾਦਰ ਦੇ ਖੇਤਰ ਜਿਹੜਾ ਹੈਗਾ, ਬੇੜ ਜਾਂ ਖਾਦਰ ਦਾ ਖੇਤਰ ਉਹ ਨਦੀਆਂ ਦੇ ਕੰਢਿਆਂ ਦਾ ਜਿਹੜਾ ਨੇੜਲਾ ਇਲਾਕਾ ਹੈ ਉਹ ਹੁੰਦਾ। ਬੇੜ ਜਾਂ ਜਿਸ ਨੂੰ ਖਾਦਰ ਦਾ ਖੇਤਰ ਕਹਿੰਦੇ ਨੇ ਉਹ ਨਦੀਆਂ ਦੇ ਕੰਢਿਆਂ ਦਾ ਨੇੜਲਾ ਇਲਾਕਾ ਹੁੰਦਾ। ਇਹਨਾਂ ਨੀਵੇਂ ਇਲਾਕਿਆਂ ਵਿੱਚ ਹਰ ਸਾਲ ਹੜ੍ਹਾਂ ਦੇ ਪਾਣੀ ਆਉਣ ਨਾਲ ਨਵੀਂ ਮਿੱਟੀ ਭਰ ਜਾਂਦੀ ਹੈ। ਪੰਜਾਬ ਵਿੱਚ ਨਦੀ ਕੰਢੇ ਦੇ ਇਹਨਾਂ ਖੇਤਰਾਂ ਨੂੰ ਮੰਡ, ਬੇਟ, ਤੱਲਾ, ਚੰਗਰ ਜਾਂ ਘਾੜ ਵੀ ਕਿਹਾ ਜਾਂਦਾ। ਅਨੰਦਪੁਰ ਸਾਹਿਬ ਨੇੜੇ ਇਸ ਤਰ੍ਹਾਂ ਦੇ ਨੀਵੇਂ ਇਲਾਕੇ ਨੂੰ ਬੇਲਾ ਵੀ ਕਿਹਾ ਜਾਂਦਾ। ਤਾਂ ਨਦੀਆਂ ਤੋਂ ਦੂਰ ਉੱਚੇ ਇਲਾਕੇ ਨੂੰ ਬਾਂਗ ਕਹਿੰਦੇ ਆ। ਅਤੇ ਇਹ ਪੁਰਾਣੀ ਮਿੱਟੀ ਦੇ ਬਣੇ ਹੋਏ ਹੁੰਦੇ ਨੇ। ਭੂਗੋਲਿਕ ਦ੍ਰਿਸ਼ਟੀ ਤੋਂ ਪੰਜਾਬ ਦੇ ਮੈਦਾਨਾਂ ਨੂੰ ਅੱਗੇ 5 ਭਾਗਾਂ 'ਚ ਵੰਡਿਆ ਜਾ ਸਕਦਾ। ਚੋਆਂ ਵਾਲੇ ਇਲਾਕੇ ਦੇ ਮੈਦਾਨ, ਹੜ੍ਹਾਂ ਦੇ ਮੈਦਾਨ, ਨੈਲੀ, ਜਲੌੜ ਦੇ ਮੈਦਾਨ ਅਤੇ ਉੱਚੀ ਭੂਮੀ ਦੇ ਜਲੌੜ ਮੈਦਾਨਾਂ ਵਿਚਾਲੇ ਰੇਤਲੇ ਟਿੱਬੇ। ਤਾਂ ਬੇਟ ਜਾਂ ਖਾਦਰ ਦਾ ਜਿਹੜਾ ਖੇਤਰ ਹੈ ਉਹ ਨਦੀਆਂ ਦੇ ਕੰਢੇ ਦਾ ਨੇੜਲਾ ਇਲਾਕਾ ਹੁੰਦਾ। ਇਹਨਾਂ ਨੀਵੇਂ ਇਲਾਕਿਆਂ ਵਿੱਚ ਹਰ ਸਾਲ ਹੜ੍ਹਾਂ ਦਾ ਪਾਣੀ ਆਉਣ ਨਾਲ ਨਵੀਂ ਮਿੱਟੀ ਭਰ ਜਾਂਦੀ ਹੈ ਅਤੇ ਪੰਜਾਬ ਵਿੱਚ ਨਦੀ ਦੇ ਕੰਢੇ ਇਹਨਾਂ ਖੇਤਰਾਂ ਨੂੰ ਮੰਡ, ਬੇਟ, ਤੱਲਾ, ਚੰਗਰ ਜਾਂ ਘਾੜ ਵੀ ਕਿਹਾ ਜਾਂਦਾ। ਅਨੰਦਪੁਰ ਸਾਹਿਬ ਨੇੜੇ ਇਸ ਤਰ੍ਹਾਂ ਦੇ ਨੀਵੇਂ ਇਲਾਕੇ ਨੂੰ ਬੇਲਾ ਵੀ ਕਿਹਾ ਜਾਂਦਾ। ਨਦੀਆਂ ਤੋਂ ਦੂਰ ਉੱਚੇ ਇਲਾਕੇ ਨੂੰ ਬਾਂਗ ਕਹਿੰਦੇ ਆ ਅਤੇ ਇਹ ਪੁਰਾਣੀ ਮਿੱਟੀ ਦੇ ਬਣੇ ਹੋਏ ਹੁੰਦੇ ਨੇ। ਭੂਗੋਲਿਕ ਦ੍ਰਿਸ਼ਟੀ ਤੋਂ ਪੰਜਾਬ ਦੇ ਮੈਦਾਨਾਂ ਨੂੰ ਅੱਗੇ 5 ਭਾਗਾਂ 'ਚ ਵੰਡਿਆ ਜਾ ਸਕਦਾ, ਜਿਹਦੇ ਵਿੱਚ ਚੋਆਂ ਵਾਲੇ ਇਲਾਕੇ ਦੇ ਮੈਦਾਨ ਆ ਗਏ, ਹੜ੍ਹਾਂ ਦੇ ਮੈਦਾਨ ਆ ਗਏ, ਨੈਲੀ, ਜਲੌੜ ਦੇ ਮੈਦਾਨ ਅਤੇ ਉੱਚੀ ਭੂਮੀ ਦੇ ਜਲੌੜ ਮੈਦਾਨਾਂ ਵਿਚਾਲੇ ਰੇਤਲੇ ਟਿੱਬੇ। ਅੱਗੇ ਅਸੀਂ ਗੱਲ ਕਰਾਂਗੇ ਚੋਆਂ ਵਾਲੇ ਇਲਾਕੇ ਦੇ ਮੈਦਾਨ। ਤਾਂ ਇਹ ਮੈਦਾਨ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ 'ਚ ਫੁੱਟਹਿਲਜ਼ ਵਿੱਚ ਸਥਿਤ ਹਨ ਅਤੇ ਇਹ ਇਲਾਕਾ ਚੋਆਂ ਨਾਲ ਭਰਿਆ ਹੋਇਆ। ਬਰਸਾਤ ਦੇ ਮੌਸਮ ਵਿੱਚ ਇਹਨਾਂ ਚੋਆਂ ਵਿੱਚ ਅਕਸਰ ਹੜ੍ਹ ਆ ਜਾਂਦੇ ਨੇ, ਜਿਸ ਨਾਲ ਜਾਨ ਮਾਲ ਦਾ ਬਹੁਤ ਨੁਕਸਾਨ ਹੁੰਦਾ ਅਤੇ ਇਹਨਾਂ ਮੈਦਾਨਾਂ ਦੀ ਮਿੱਟੀ ਵਿੱਚ ਕੰਕਰ ਮਿਲਦੇ ਨੇ। ਇੱਥੇ ਧਰਤੀ ਹੇਠਲੇ ਪਾਣੀ ਦਾ ਪੱਧਰ ਕਾਫੀ ਨੀਵਾਂ ਹੈ। ਅੱਗੇ ਅਸੀਂ ਗੱਲ ਕਰਾਂਗੇ ਹੜ੍ਹਾਂ ਦੇ ਮੈਦਾਨ ਦੀ। ਤਾਂ ਚੋਆਂ ਵਾਲੇ ਇਲਾਕੇ ਦੇ ਜਿਹੜੇ ਮੈਦਾਨ ਨੇ, ਇਹ ਮੈਦਾਨ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ 'ਚ ਫੁੱਟਹਿਲਜ਼ ਵਿੱਚ ਸਥਿਤ ਹਨ। ਇਹ ਇਲਾਕਾ ਚੋਆਂ ਨਾਲ ਭਰਿਆ ਹੋਇਆ ਅਤੇ ਬਰਸਾਤ ਦੇ ਮੌਸਮ 'ਚ ਇਹਨਾਂ ਚੋਆਂ ਵਿੱਚ ਅਕਸਰ ਹੜ੍ਹ ਜਾਂਦੇ ਨੇ, ਜਿਸ ਨਾਲ ਜਾਨ ਮਾਲ ਦਾ ਬਹੁਤ ਨੁਕਸਾਨ ਹੁੰਦਾ ਹੈ। ਇਹਨਾਂ ਮੈਦਾਨਾਂ ਦੀ ਮਿੱਟੀ ਵਿੱਚ ਕੰਕਰ ਮਿਲਦੇ ਨੇ। ਇੱਥੇ ਧਰਤੀ ਹੇਠਲੇ ਪਾਣੀ ਦਾ ਪੱਧਰ ਕਾਫੀ ਨੀਵਾਂ ਹੈ। ਅਗਲਾ ਸਾਡਾ ਜਿਹੜਾ ਹੈਗਾ ਪੁਆਇੰਟ ਉਹ ਹੜ੍ਹਾਂ ਦੇ ਮੈਦਾਨ ਹੈ। ਇਹਨਾਂ ਮੈਦਾਨਾਂ ਦੇ ਵਿੱਚ ਰਾਵੀ, ਬਿਆਸ ਅਤੇ ਸਤਲੁਜ ਨਦੀਆਂ ਦੇ ਹੜ੍ਹਾਂ ਦੇ ਮੈਦਾਨ ਸ਼ਾਮਲ ਕੀਤੇ ਜਾਂਦੇ ਨੇ। ਤਾਂ ਇਹਨਾਂ ਹੜ੍ਹਾਂ ਦੇ ਮੈਦਾਨਾਂ ਨੂੰ ਬੇਟ ਦੇ ਮੈਦਾਨ ਕਿਹਾ ਜਾਂਦਾ। ਪੰਜਾਬ ਵਿੱਚ ਫਲੋਰ ਬੇਟ, ਅਨੰਦਪੁਰ ਬੇਟ, ਨਕੋਦਰ ਬੇਟ ਇਸ ਦੀਆਂ ਉਦਾਹਰਨਾਂ ਹਨ। ਤਾਂ ਅਸੀਂ ਗੱਲ ਕਰ ਰਹੇ ਹਾਂ ਚੋਆਂ ਵਾਲੇ ਇਲਾਕੇ ਦੇ ਮੈਦਾਨਾਂ ਦੀ। ਤਾਂ ਇਹ ਮੈਦਾਨ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਦੇ ਵਿੱਚ
ਫੁੱਟਹਿਲ ਸਥਿਤ ਹਨ ਅਤੇ ਇਹਨਾਂ ਦਾ ਇਲਾਕਾ ਚੌਂ ਨਾਲ ਭਰਿਆ ਹੋਇਆ। ਬਰਸਾਤ ਦੇ ਮੌਸਮ ਵਿੱਚ ਇਹਨਾਂ ਚੌਂ ਵਿੱਚ ਅਕਸਰ ਹੜ੍ਹ ਆ ਜਾਂਦੇ ਨੇ ਅਤੇ ਜਿਸ ਨਾਲ ਜਾਨ ਮਾਲ ਦਾ ਬਹੁਤ ਨੁਕਸਾਨ ਹੁੰਦਾ। ਇਹਨਾਂ ਮੈਦਾਨਾਂ ਦੀ ਮਿੱਟੀ ਵਿੱਚ ਕੰਕਰ ਮਿਲਦੇ ਨੇ। ਇੱਥੇ ਧਰਤੀ ਹੇਠਲੇ ਪਾਣੀ ਦਾ ਪੱਧਰ ਕਾਫੀ ਨੀਵਾਂ ਹੈ। ਹੜ੍ਹਾਂ ਦੇ ਮੈਦਾਨ, ਇਹਨਾਂ ਮੈਦਾਨਾਂ 'ਚ ਰਾਵੀ, ਬਿਆਸ, ਸਤਲੁਜ ਨਦੀਆਂ ਦੇ ਹੜ੍ਹਾਂ ਦੇ ਮੈਦਾਨ ਸ਼ਾਮਲ ਕੀਤੇ ਜਾਂਦੇ ਨੇ। ਇਹਨਾਂ ਹੜ੍ਹਾਂ ਦੇ ਮੈਦਾਨਾਂ ਨੂੰ ਬੇਟ ਦੇ ਮੈਦਾਨ ਵੀ ਕਿਹਾ ਜਾਂਦਾ ਹੈ। ਅਤੇ ਪੰਜਾਬ ਵਿੱਚ ਫਲੋਰ ਬੇਟ, ਅਨੰਦਪੁਰ ਬੇਟ, ਨਕੋਦਰ ਬੇਟ ਇਸ ਦੀਆਂ ਉਦਾਹਰਨਾਂ ਸਾਨੂੰ ਮਿਲਦੀਆਂ ਹਨ। ਤਾਂ ਇਹ ਅਸੀਂ ਗੱਲ ਕਰ ਰਹੇ ਹਾਂ ਸਾਡੇ ਪੰਜਾਬ ਦੇ ਚੋਆਂ ਵਾਲੇ ਇਲਾਕੇ ਦੇ ਮੈਦਾਨਾਂ ਦੀ। ਅਤੇ ਇਹ ਮੈਦਾਨ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ 'ਚ ਸਥਿਤ ਹਨ ਅਤੇ ਇਲਾਕਾ ਚੌਂ ਨਾਲ ਭਰਿਆ ਹੋਇਆ। ਤਾਂ ਹੜ੍ਹਾਂ ਦੇ ਮੈਦਾਨ ਆ ਗਏ। ਅੱਗੇ ਅਸੀਂ ਗੱਲ ਕਰਾਂਗੇ ਨੈਲੀ ਦੀ। ਤਾਂ ਨੈਲੀ ਜਿਹੜੀ ਹੈਗੀ ਹੈ ਪੰਜਾਬ ਦੇ ਦੱਖਣ ਪੂਰਬ ਵਿੱਚ ਘੱਗਰ ਨਦੀ ਦੁਆਰਾ ਨਿਰਮਾਣ ਕੀਤੇ ਗਏ ਜਲੋੜੀ ਮੈਦਾਨ ਨੂੰ ਸਥਾਨਕ ਭਾਸ਼ਾ ਦੇ ਵਿੱਚ ਨੈਲੀ ਕਿਹਾ ਜਾਂਦਾ ਹੈ। ਇਹ ਨੈਲੀਆਂ ਬਰਸਾਤ ਵਿੱਚ ਹੜ੍ਹਾਂ ਦਾ ਸ਼ਿਕਾਰ ਹੋ ਜਾਂਦੀਆਂ ਹਨ। ਘੜਾਮ, ਸਮਾਣਾ ਅਤੇ ਮਾਨਸਾ ਇਸ ਦੀਆਂ ਮੁੱਖ ਉਦਾਹਰਨਾਂ ਹਨ। ਤਾਂ ਜਲੋੜ ਦੇ ਮੈਦਾਨ ਆ ਗਏ ਅੱਗੇ ਸਾਡੇ ਕੋਲ। ਬਾਰੀ ਅਤੇ ਬਿਸਤ ਦੁਆਬ ਦੇ ਇਲਾਕੇ ਜਿਹੜੇ ਹੈਗੇ ਉਹ ਜਲੋੜੀ ਮਿੱਟੀ ਨਾਲ ਬਣੇ ਹੋਏ ਨੇ। ਇਹਨਾਂ ਵਿੱਚ ਖਾਡਰ ਅਤੇ ਬਾਂਗਰ ਦੋਵੇਂ ਤਰ੍ਹਾਂ ਦੀਆਂ ਮਿੱਟੀਆਂ ਸ਼ਾਮਲ ਨੇ। ਤਾਂ ਬਾਰੀ ਅਤੇ ਬਿਸਤ ਦੁਆਬ ਦੇ ਇਲਾਕੇ ਜਿਹੜੇ ਹੈਗੇ ਜਲੋੜੀ ਮਿੱਟੀ ਨਾਲ ਬਣੇ ਹੋਏ ਨੇ ਅਤੇ ਇਹਨਾਂ ਵਿੱਚ ਖਾਡਰ ਅਤੇ ਬਾਂਗਰ ਦੋਵੇਂ ਤਰ੍ਹਾਂ ਦੀਆਂ ਮਿੱਟੀਆਂ ਸ਼ਾਮਲ ਨੇ। ਤਾਂ ਇਹ ਜਲੋੜ ਦੇ ਸਾਡੇ ਮੈਦਾਨ। ਅੱਗੇ ਸਾਡੇ ਕੋਲ ਜਲੋੜੀ ਮੈਦਾਨਾਂ ਦੇ ਵਿੱਚ ਰੇਤਲੇ ਟਿੱਬੇ। ਤਾਂ ਅਸੀਂ ਜਲੋੜੀ ਮੈਦਾਨਾਂ ਵਿੱਚ ਅਗਰ ਰੇਤਲੇ ਟਿੱਬਿਆਂ ਦੀ ਗੱਲ ਕਰੀਏ ਤਾਂ ਸਤਲੁਜ ਦਰਿਆ ਦੇ ਦੱਖਣੀ ਭਾਗਾਂ ਵਿੱਚ ਪਾਣੀ ਦਾ ਵਹਾਅ ਘੱਗਰ ਨਦੀ ਵੱਲ ਨੂੰ ਹੈ। ਤਾਂ ਹੜ੍ਹਾਂ ਦੇ ਦਿਨਾਂ ਵਿੱਚ ਇਸ ਖੇਤਰ ਵਿੱਚ ਪਾਣੀ ਵਹਿਣ ਨਾਲ ਕਿਤੇ ਕਿਤੇ ਰੇਤ ਦੇ ਟਿੱਬੇ ਬਣ ਗਏ ਅਤੇ ਹੜ੍ਹਾਂ ਤੋਂ ਬਚਾਅ ਲਈ ਕਈ ਥਾਵਾਂ 'ਤੇ ਡਰੇਨਾਂ ਵੀ ਕੱਢੀਆਂ ਗਈਆਂ। ਇਹਨਾਂ ਟਿੱਬਿਆਂ ਨੂੰ ਵਾਹੀਯੋਗ ਬਣਾ ਲਿਆ ਗਿਆ। ਅਤੇ ਜਲੋੜੀ ਮੈਦਾਨਾਂ ਵਿੱਚ ਵਾਲੇ ਰੇਤਲੇ ਟਿੱਬਿਆਂ ਦੀ ਅਗਰ ਅਸੀਂ ਦੁਹਰਾਈ ਕਰੀਏ ਤਾਂ ਸਤਲੁਜ ਦਰਿਆ ਦੇ ਦੱਖਣੀ ਭਾਗਾਂ ਵਿੱਚ ਪਾਣੀ ਦਾ ਵਹਾਅ ਘੱਗਰ ਨਦੀ ਵੱਲ ਨੂੰ ਹੈ। ਹੜ੍ਹਾਂ ਦੇ ਦਿਨਾਂ ਵਿੱਚ ਇਸ ਖੇਤਰ ਵਿੱਚ ਪਾਣੀ ਵਹਿਣ ਨਾਲ ਕਿਤੇ ਕਿਤੇ ਰੇਤ ਦੇ ਟਿੱਬੇ ਬਣ ਗਏ ਹਨ। ਹੜ੍ਹਾਂ ਤੋਂ ਬਚਾਅ ਲਈ ਕਈ ਥਾਵਾਂ 'ਤੇ ਡਰੇਨਾਂ ਕੱਢੀਆਂ ਗਈਆਂ ਹਨ ਅਤੇ ਇਹਨਾਂ ਟਿੱਬਿਆਂ ਨੂੰ ਵਾਹੀਯੋਗ ਬਣਾ ਲਿਆ ਗਿਆ। ਤਾਂ ਅੱਗੇ ਅਸੀਂ ਦੇਖਾਂਗੇ ਕਿ ਦੱਖਣ ਪੱਛਮੀ ਰੇਤਲੇ ਟਿੱਬੇ। ਤਾਂ ਦੱਖਣ ਪੱਛਮੀ ਰੇਤਲੇ ਜਿਹੜੇ ਟਿੱਬੇ ਨੇ ਪੰਜਾਬ ਦੇ ਦੱਖਣ ਪੱਛਮ ਵਿੱਚ ਰਾਜਸਥਾਨ ਨਾਲ ਲੱਗਦੀ ਸਰਹੱਦ ਦੇ ਰੇਤਲੇ ਟਿੱਬੇ ਆਮ ਮਿਲਦੇ ਨੇ। ਅਤੇ ਇਸ ਖੇਤਰ ਦੀ ਜਲਵਾਯੂ ਅਰਧ ਖੁਸ਼ਕ ਹੈ, ਸੈਮੀ ਐਰਿਡ ਹੈ। ਅਤੇ ਇਸ ਤਰ੍ਹਾਂ ਦੇ ਟਿੱਬੇ ਆਮ ਤੌਰ 'ਤੇ ਬਠਿੰਡਾ, ਮਾਨਸਾ, ਫਾਜ਼ਿਲਕਾ, ਫਰੀਦਕੋਟ, ਸੰਗਰੂਰ, ਮੁਕਤਸਰ ਅਤੇ ਪਟਿਆਲਾ ਜ਼ਿਲ੍ਹਿਆਂ 'ਚ ਦੇ ਦੱਖਣੀ ਭਾਗਾਂ ਅਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਮੱਧਵਰਤੀ ਭਾਗਾਂ 'ਚ ਮਿਲਦੇ ਨੇ। ਇਹਨਾਂ ਟਿੱਬਿਆਂ ਦੀ ਢਲਾਣ ਟੇਢੀ ਮੇਢੀ ਹੈ, ਏਸਿਮੈਟ੍ਰੀਕਲ ਹੈ। ਪੰਜਾਬ ਵਿੱਚ ਰੇਤ ਦੇ ਟਿੱਬੇ ਪੱਧਰ ਕਰਕੇ ਵਾਹੀਯੋਗ ਬਣਾ ਦਿੱਤੇ ਗਏ ਹਨ ਅਤੇ ਪੰਜਾਬ ਦੇ ਮਿਹਨਤੀ ਕਿਸਾਨਾਂ ਨੇ ਸਿੰਚਾਈ ਦੀ ਮਦਦ ਦੇ ਨਾਲ ਇਸ ਖੇਤਰ ਦੇ ਵਿੱਚ ਵੀ ਸਫਲਤਾਪੂਰਵਕ ਖੇਤੀਬਾੜੀ ਕੀਤੀ ਹੈ, ਜਿਸ ਨਾਲ ਕੁਦਰਤੀ ਭੂਗੋਲਿਕ ਵਿਸ਼ੇਸ਼ਤਾਵਾਂ ਲਗਭਗ ਇਹ ਲੁਪਤ ਹੋ ਗਈਆਂ ਹਨ। ਤਾਂ ਇਹ ਜਿਹੜੇ ਦੱਖਣ ਪੱਛਮ ਦੇ ਰੇਤਲੇ ਟਿੱਬੇ ਨੇ ਪੰਜਾਬ ਦੇ ਦੱਖਣ ਪੱਛਮ ਵਿੱਚ ਰਾਜਸਥਾਨ ਨਾਲ ਲੱਗਦੇ ਸਰਹੱਦ ਦੇ ਰੇਤਲੇ ਟਿੱਬੇ ਆਮ ਮਿਲਦੇ ਨੇ। ਅਤੇ ਇਹਨਾਂ ਖੇਤਰਾਂ ਦਾ ਜਲਵਾਯੂ ਅਰਧ ਖੁਸ਼ਕ ਹੈ। ਇਸ ਤਰ੍ਹਾਂ ਦੇ ਟਿੱਬੇ ਆਮ ਤੌਰ 'ਤੇ ਬਠਿੰਡਾ, ਮਾਨਸਾ, ਫਾਜ਼ਿਲਕਾ, ਫਰੀਦਕੋਟ, ਸੰਗਰੂਰ, ਮੁਕਤਸਰ ਅਤੇ ਪਟਿਆਲਾ ਜ਼ਿਲ੍ਹਿਆਂ ਦੇ ਦੱਖਣੀ ਭਾਗਾਂ ਅਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਮੱਧਵਰਤੀ ਭਾਗਾਂ 'ਚ ਮਿਲਦੇ ਨੇ। ਅਤੇ ਇਹਨਾਂ ਟਿੱਬਿਆਂ ਦੀ ਢਲਾਣ ਟੇਢੀ ਮੇਢੀ ਹੈ। ਪੰਜਾਬ ਵਿੱਚ ਰੇਤ ਦੇ ਟਿੱਬੇ ਪੱਧਰ ਕਰਕੇ ਇੱਥੇ ਇਹਨਾਂ ਨੂੰ ਵਾਹੀਯੋਗ ਬਣਾ ਲਿਆ ਗਿਆ ਅਤੇ ਪੰਜਾਬ ਦੇ ਮਿਹਨਤੀ ਕਿਸਾਨਾਂ ਨੇ ਸਿੰਚਾਈ ਦੀ ਮਦਦ ਦੇ ਨਾਲ ਇਸ ਖੇਤਰ ਵਿੱਚ ਸਫਲਤਾਪੂਰਵਕ ਖੇਤੀਬਾੜੀ ਕੀਤੀ ਹੈ, ਜਿਸ ਨਾਲ ਕੁਦਰਤੀ ਭੂਗੋਲਿਕ ਵਿਸ਼ੇਸ਼ਤਾਵਾਂ ਲਗਭਗ ਜਿਹੜੀ ਇਹ ਸੀਗੀ ਲੁਪਤ ਹੋ ਗਈ ਹੈ। ਤਾਂ ਅੱਗੇ ਅਸੀਂ ਦੇਖਾਂਗੇ ਇਸ ਦਾ ਸੰਖੇਪ ਸਾਰ। ਤਾਂ ਅਸੀਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਦੁਆਬ ਦੀ। ਤਾਂ ਦੁਆਬ ਕਿਸ ਨੂੰ ਆਖਦੇ ਨੇ? ਤਾਂ ਦੁਆਬ ਜਿਹੜਾ ਹੈਗਾ ਦੋ ਦਰਿਆਵਾਂ ਦੇ ਵਿਚਕਾਰ ਦਾ ਜਿਹੜਾ ਇਲਾਕਾ ਹੈ ਉਹਨੂੰ ਦੁਆਬਾ ਕਿਹਾ ਜਾਂਦਾ ਹੈ, ਦੁਆਬ ਕਿਹਾ ਜਾਂਦਾ ਹੈ। ਤਾਂ ਅੱਗੇ ਦੁਆਬ ਤੋਂ ਭਾਵ ਹੈ ਦੋ ਦਰਿਆਵਾਂ ਵਿਚਾਲੇ ਪੈਂਦੀ ਜਾਂ ਦੋ ਦਰਿਆਵਾਂ ਦੀ ਧਰਤੀ। ਸ਼ਿਵਾਲਿਕ ਪਹਾੜ ਹਿਮਾਲਿਆ ਪਰਬਤ ਦੀ ਪੰਜਾਬ ਨੂੰ ਛੂੰਹਦੀ ਲੜੀ ਦੀ ਅਸੀਂ ਗੱਲ ਕੀਤੀ ਹੈ। ਤਾਂ ਪੰਜਾਬ ਦੇ ਪੂਰਬ ਅਤੇ ਉੱਤਰ ਪੂਰਬ ਵਿੱਚ ਸ਼ਿਵਾਲਿਕ ਦੇ ਪਹਾੜ ਨੇ। ਪੰਜਾਬ ਦੇ ਦੱਖਣ ਪੱਛਮ ਹਿੱਸੇ ਵਿੱਚ ਰੇਤ ਦੇ ਟਿੱਬੇ ਵੀ ਮਿਲਦੇ ਨੇ। ਪੰਜਾਬ ਦੇ ਧਰਾਤਲ ਨੂੰ ਅਸੀਂ ਵੰਡਿਆ ਹੈ ਸ਼ਿਵਾਲਿਕ ਦੇ ਪਹਾੜਾਂ ਦੇ ਵਿੱਚ। ਜਿਵੇਂ ਅਸੀਂ ਗੱਲ ਕੀਤੀ ਸੀ ਰਾਵੀ ਤੋਂ ਬਿਆਸ ਦਰਿਆ ਤੱਕ ਗੁਰਦਾਸਪੁਰ ਪਠਾਨਕੋਟ ਸ਼ਿਵਾਲਿਕ, ਬਿਆਸ ਤੋਂ ਸਤਲੁਜ ਦਰਿਆ ਤੱਕ ਹੁਸ਼ਿਆਰਪੁਰ ਸ਼ਿਵਾਲਿਕ, ਸਤਲੁਜ ਤੋਂ ਘੱਗਰ ਤੱਕ ਰੋਪੜ ਸ਼ਿਵਾਲਿਕ। ਐਵੇਂ ਸ਼ਿਵਾਲਿਕ ਦੇ ਪਹਾੜ ਜਿਹੜੇ ਹੈਗੇ ਇਹ ਬਾਹਰੀ ਹਿਮਾਲਿਆ ਦਾ ਹਿੱਸਾ ਹਨ ਅਤੇ ਪੰਜਾਬ ਦੇ ਪੂਰਬ ਵਿੱਚ
ਹਿਮਾਚਲ ਪ੍ਰਦੇਸ਼ ਦੀ ਸਰਹੱਦ ਦੇ ਨਾਲ ਲੱਗਦੇ ਨੇ। ਨਾਲ ਲੱਗਦੇ ਖੇਤਰ 'ਚ 280 ਕਿਲੋਮੀਟਰ ਦੀ ਲੰਬਾਈ 'ਚ ਫੈਲੇ ਹੋਏ ਨੇ ਅਤੇ ਇਸ ਪਹਾੜੀ ਲੜੀ ਦੀ ਔਸਤ ਚੌੜਾਈ 5 ਤੋਂ 12 ਕਿਲੋਮੀਟਰ ਹੈ ਅਤੇ ਸਮੁੰਦਰ ਤਲ ਤੋਂ ਔਸਤ ਉਚਾਈ 600 ਤੋਂ 1500 ਮੀਟਰ ਤੱਕ ਹੈ। ਅਤੇ ਸ਼ਿਵਾਲਿਕ ਦੀ ਅੱਗੇ ਅਸੀਂ ਉਤਪੱਤੀ ਦੀ ਗੱਲ ਕੀਤੀ ਸੀਗੀ ਕਿ ਸ਼ਿਵਾਲਿਕ ਦੇ ਪਹਾੜ ਹਿਮਾਲਿਆ ਪਰਬਤ ਸ਼੍ਰੇਣੀ ਬਣਨ ਵੇਲੇ ਟੈਥੀਸ ਸਾਗਰ ਵਿੱਚ ਜਮ੍ਹਾਂ ਹੋਏ ਗਾਰੇ, ਚੀਕਣੀ ਮਿੱਟੀ, ਕੌਂਗਲੋਮੇਰੇਟ, ਕੰਕਰਾਂ ਪੱਥਰ ਆਦਿ ਦੇ ਜਮ੍ਹਾਂ ਹੋਣ ਨਾਲ ਉੱਚੇ ਉੱਠਣ ਨਾਲ ਬਣੇ। ਤਾਂ ਇੱਕ ਵਿਚਾਰ ਇਹ ਵੀ ਸੀਗਾ ਕਿ ਮੱਧ ਮਾਇਓਸੀਨ ਕਾਲ ਦੇ ਵਿੱਚ ਹਿਮਾਲਿਆ ਦੇ ਬਣਨ ਵੇਲੇ ਹਿਮਾਲਿਆ ਦੇ ਸਾਹਮਣੇ ਇੱਕ ਨਾਮਾਤਰ ਡੂੰਘ ਜਿਹੜਾ ਸੀ ਜਾਂ ਛਿਛਲਾ ਸਾਗਰ ਹੋਂਦ 'ਚ ਆਇਆ ਸੀਗਾ। ਲੱਖਾਂ ਸਾਲਾਂ ਤੱਕ ਇਸ ਵਿੱਚ ਨਿਖੇਪ ਹੁੰਦਾ ਰਿਹਾ ਅਤੇ ਗੋਂਡਵਾਨਾ ਲੈਂਡ ਯੂਰੇਸ਼ੀਆ ਪਲੇਟਾਂ ਦੇ ਟਕਰਾਉਣ ਨਾਲ ਇਹ ਨਿਖੇਪ ਉੱਚਾ ਉੱਠ ਕੇ ਪਹਾੜਾਂ ਦਾ ਇਸ ਨੇ ਰੂਪ ਧਾਰਨ ਕੀਤਾ। ਤਾਂ ਅਸੀਂ ਸਾਰੇ ਅੱਗੇ ਪੜ੍ਹਿਆ ਸੀਗਾ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ ਸ਼ਿਵਾਲਿਕ। ਅਤੇ ਇਹ ਪਹਾੜੀ ਲੜੀ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ 'ਚ ਫੈਲੀ ਹੋਈ ਹੈ। ਪਠਾਨਕੋਟ ਜ਼ਿਲ੍ਹੇ ਦਾ ਧਾਰ ਕਲਾਂ ਬਲਾਕ ਜਿਹੜਾ ਹੈਗਾ ਪੂਰੀ ਤਰ੍ਹਾਂ ਸ਼ਿਵਾਲਿਕ ਦੇ ਪਹਾੜਾਂ 'ਚ ਪੈਂਦਾ। ਇਸ ਦਾ ਹੁਸ਼ਿਆਰਪੁਰ ਸ਼ਿਵਾਲਿਕ ਦੀ ਗੱਲ ਕੀਤੀ ਸੀ। ਹੁਸ਼ਿਆਰਪੁਰ ਸ਼ਿਵਾਲਿਕ ਬਿਆਸ ਅਤੇ ਸਤਲੁਜ ਦਰਿਆਵਾਂ ਵਿਚਾਲੇ ਪੈਂਦੇ ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਅਤੇ ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਬਲਾਕ ਵਿਚਾਲੇ 130 ਕਿਲੋਮੀਟਰ ਦੀ ਲੰਬਾਈ ਅਤੇ 5 ਤੋਂ 8 ਕਿਲੋਮੀਟਰ ਚੌੜਾਈ 'ਚ ਫੈਲੇ ਹੋਏ ਨੇ। ਅੱਗੇ ਅਸੀਂ ਗੱਲ ਕੀਤੀ ਸੀਗੀ ਰੋਪੜ ਸ਼ਿਵਾਲਿਕ ਦੀ। ਤਾਂ ਰੋਪੜ ਸ਼ਿਵਾਲਿਕ ਦੀ ਇਹ ਲੜੀ ਜਿਹੜੀ ਹੈਗੀ ਸਤਲੁਜ ਅਤੇ ਘੱਗਰ ਦਰਿਆ ਦੇ ਵਿਚਕਾਰ ਰੂਪਨਗਰ, ਰੋਪੜ ਜ਼ਿਲ੍ਹੇ ਵਿੱਚ ਹਿਮਾਚਲ ਪ੍ਰਦੇਸ਼ ਦੀ ਸਰਹੱਦ ਦੇ ਉੱਤਰ ਪੱਛਮੀ ਅਤੇ ਦੱਖਣ ਪੂਰਬ ਵੱਲ ਸਥਿਤ ਹੈ ਅਤੇ ਇਹ ਪਹਾੜ ਉੱਤਰ ਵਿੱਚ ਨੰਗਲ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਨੇੜੇ ਘੱਗਰ ਦਰਿਆ ਤੱਕ ਚੱਲਦੇ ਨੇ। ਤਾਂ ਅਸੀਂ ਅੱਗੇ ਪੜ੍ਹਿਆ ਸੀਗਾ ਕੰਢੀ ਖੇਤਰ। ਤਾਂ ਪੰਜਾਬ ਦੇ ਸ਼ਿਵਾਲਿਕ ਪਹਾੜਾਂ ਦੇ ਪੱਛਮ ਵੱਲ ਅਤੇ ਰੂਪਨਗਰ, ਰੋਪੜ ਜ਼ਿਲ੍ਹੇ ਦੇ ਨੂਰਪੁਰ ਬੇਦੀ ਤਹਿਸੀਲ ਦੇ ਪੂਰਬ ਵੱਲ ਕੱਟੇ ਵੱਡੇ ਲਹਿਰੀਏਦਾਰ ਮੈਦਾਨ ਮਿਲਦੇ ਨੇ ਜਿਸ ਨੂੰ ਸਥਾਨਕ ਭਾਸ਼ਾ ਦੇ ਵਿੱਚ ਕੰਢੀ ਦਾ ਇਲਾਕਾ ਕਿਹਾ ਜਾਂਦਾ ਹੈ। ਤਾਂ ਅਸੀਂ ਵਿਸ਼ਾਲ ਜਲੌੜੀ ਮੈਦਾਨ ਜਿਹੜੇ ਸੀ ਜਿਹਦੇ ਵਿੱਚ ਦੁਆਬ, ਦੋ ਦਰਿਆਵਾਂ ਵਿਚਕਾਰਲਾ ਇਲਾਕਾ, ਬਾਰੀ ਦੁਆਬ, ਬਿਸਤ ਦੁਆਬ, ਸਿੱਜ ਦੁਆਬ। ਬਾਰੀ ਦੁਆਬ ਜਿਹੜਾ ਹੈਗਾ ਬਿਆਸ ਅਤੇ ਰਾਵੀ ਤੋਂ, ਬਿਸਤ ਦੁਆਬ ਬਿਆਸ ਔਰ ਸਤਲੁਜ ਦੇ ਦਰਮਿਆਨ ਦਾ ਇਲਾਕਾ, ਸਿੱਜ ਦੁਆਬ ਸਤਲੁਜ ਅਤੇ ਜਮਨਾ ਦੇ ਵਿਚਕਾਰਲਾ ਇਲਾਕਾ। ਅੱਗੇ ਅਸੀਂ ਪੜ੍ਹਿਆ ਸੀ ਪੰਜਾਬ ਦੇ ਮੈਦਾਨ। ਤਾਂ ਪੰਜਾਬ ਵਿੱਚ ਰਾਵੀ ਅਤੇ ਬਿਆਸ ਦਰਿਆ ਵਿਚਕਾਰਲਾ ਖੇਤਰ ਬਾਰੀ ਦੁਆਬ ਹੈ। ਇਸ ਇਲਾਕੇ ਨੂੰ ਮਾਝੇ ਦਾ ਇਲਾਕਾ ਵੀ ਕਿਹਾ ਜਾਂਦਾ ਹੈ। ਇਸ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨਤਾਰਨ ਦੇ ਜ਼ਿਲ੍ਹੇ ਆਉਂਦੇ ਨੇ। ਬਿਸਤ ਦੁਆਬ ਬਿਆਸ ਅਤੇ ਸਤਲੁਜ ਦਰਿਆਵਾਂ ਵਿਚਕਾਰਲਾ ਇਲਾਕਾ ਹੈ ਜਿਸ ਵਿੱਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਆਉਂਦੇ ਆ। ਅਤੇ ਮਾਲਵਾ ਸਭ ਤੋਂ ਵੱਡਾ ਖੇਤਰ ਹੈ ਜਿਸ 'ਚ ਫਿਰੋਜ਼ਪੁਰ, ਫਰੀਦਕੋਟ ਅਤੇ ਉੱਤਰੀ ਭਾਗ, ਮੋਗਾ, ਲੁਧਿਆਣਾ, ਬਰਨਾਲਾ, ਸੰਗਰੂਰ, ਪਟਿਆਲਾ, ਪੱਛਮੀ ਰੂਪਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੁਹਾਲੀ ਅਤੇ ਫਤਿਹਗੜ੍ਹ ਸਾਹਿਬ ਆਦਿ ਜ਼ਿਲ੍ਹੇ ਸ਼ਾਮਲ ਨੇ। ਤਾਂ ਪੰਜਾਬ ਦੇ ਅਸੀਂ ਮੈਦਾਨਾਂ ਦੀ ਗੱਲ ਕੀਤੀ ਸੀ, ਬੇੜ ਅਤੇ ਖਾਦਰ ਦੇ ਮੈਦਾਨ। ਇਸੇ ਤਰ੍ਹਾਂ ਜਿਹੜੇ ਚੌਆਂ ਵਾਲੇ ਇਲਾਕੇ ਦੇ ਮੈਦਾਨ ਹੋ ਗਿਆ, ਹੜ੍ਹਾਂ ਦੇ ਮੈਦਾਨ, ਨੈਲੀ, ਜਲੌੜ ਦੇ ਮੈਦਾਨ, ਉੱਚੀ ਭੂਮੀ ਅਤੇ ਜਲੌੜ ਮੈਦਾਨਾਂ ਵਿਚਾਲੇ ਰੇਤਲੇ ਟਿੱਬਿਆਂ ਦੀ ਗੱਲ ਕੀਤੀ ਸੀ। ਤਾਂ ਚੌਆਂ ਵਾਲੇ ਇਲਾਕੇ ਦੇ ਜਿਹੜੇ ਮੈਦਾਨ ਨੇ ਇਹ ਮੈਦਾਨ ਸ਼ਿਵਾਲਿਕ ਦੀਆਂ ਪਹਾੜੀਆਂ ਅਤੇ ਫੁੱਟ ਹਿਲਸ ਦੇ ਵਿੱਚ ਸਥਿਤ ਹਨ ਅਤੇ ਇਹ ਇਲਾਕਾ ਚੌਆਂ ਨਾਲ ਭਰਿਆ ਹੋਇਆ ਅਤੇ ਬਰਸਾਤ ਦੇ ਮੌਸਮ ਵਿੱਚ ਇਹਨਾਂ ਚੌਆਂ 'ਚ ਅਕਸਰ ਹੜ੍ਹ ਆ ਜਾਂਦੇ ਨੇ ਜਿਸ ਨਾਲ ਜਾਨ ਮਾਲ ਦਾ ਬਹੁਤ ਨੁਕਸਾਨ ਹੁੰਦਾ ਹੈ। ਅਤੇ ਇਹਨਾਂ ਮੈਦਾਨਾਂ ਦੀ ਮਿੱਟੀ ਵਿੱਚ ਕੰਕਰ ਵੀ ਮਿਲਦੇ ਨੇ। ਇਸੇ ਤਰ੍ਹਾਂ ਹੜ੍ਹਾਂ ਦੇ ਮੈਦਾਨ ਪੜ੍ਹੇ ਸੀ ਅਤੇ ਇਹਨਾਂ ਮੈਦਾਨਾਂ 'ਚ ਰਾਵੀ, ਬਿਆਸ ਅਤੇ ਸਤਲੁਜ ਨਦੀਆਂ ਦੇ ਹੜ੍ਹਾਂ ਦੇ ਮੈਦਾਨ ਜਿਹੜੇ ਸੀ ਉਹ ਸ਼ਾਮਿਲ ਨੇ। ਤਾਂ ਅਸੀਂ ਅੱਗੇ ਨੈਲੀ ਪੜ੍ਹਿਆ ਸੀਗਾ। ਪੰਜਾਬ ਦੇ ਦੱਖਣ ਪੂਰਬ 'ਚ ਘੱਗਰ ਨਦੀ ਦੁਆਰਾ ਨਿਰਮਾਣ ਕੀਤੇ ਗਏ ਜਿਹੜੇ ਜਲੌੜੀ ਮੈਦਾਨ ਉਹਨੂੰ ਸਥਾਨਕ ਭਾਸ਼ਾ 'ਚ ਨੈਲੀ ਕਹਿੰਦੇ ਆ। ਇਹ ਨੈਲੀਆਂ ਬਰਸਾਤ ਵਿੱਚ ਹੜ੍ਹਾਂ ਦਾ ਸ਼ਿਕਾਰ ਹੋ ਜਾਂਦੀਆਂ ਅਤੇ ਘੜਾਮ, ਸਮਾਣਾ ਅਤੇ ਮਾਨਸਾ ਇਸ ਦੀਆਂ ਪ੍ਰਮੁੱਖ ਉਦਾਹਰਨਾਂ ਹਨ। ਇਸੇ ਤਰ੍ਹਾਂ ਜਲੌੜ ਦੇ ਮੈਦਾਨ ਸੀਗੇ ਅਤੇ ਜਿਹਦੇ ਵਿੱਚ ਬਾਰੀ ਅਤੇ ਬਿਸਤ ਦੁਆਬ ਦੇ ਇਲਾਕੇ ਜਲੌੜੀ ਮਿੱਟੀ ਨਾਲ ਬਣੇ ਹੋਏ ਨੇ ਅਤੇ ਇਹਨਾਂ ਵਿੱਚ ਖਾਡਰ ਅਤੇ ਬਾਂਗਰ ਦੋਵਾਂ ਤਰ੍ਹਾਂ ਦੀਆਂ ਮਿੱਟੀਆਂ ਸ਼ਾਮਲ ਨੇ। ਅਤੇ ਇਸੇ ਤਰ੍ਹਾਂ ਜਲੌੜੀ ਮੈਦਾਨਾਂ ਵਿਚਾਲੇ ਰੇਤਲੇ ਟਿੱਬਿਆਂ ਦੀ ਅਸੀਂ ਗੱਲ ਕੀਤੀ ਸੀ। ਤਾਂ ਸਤਲੁਜ ਦਰਿਆ ਦੇ ਦੱਖਣੀ ਭਾਗਾਂ ਵਿੱਚ ਪਾਣੀ ਦਾ ਵਹਾਅ ਘੱਗਰ ਨਦੀ ਵੱਲ ਨੂੰ ਹੁੰਦਾ ਅਤੇ ਹੜ੍ਹਾਂ ਦੇ ਦਿਨਾਂ ਵਿੱਚ ਇਸ ਖੇਤਰ ਵਿੱਚ ਪਾਣੀ ਵਹਿਣ ਨਾਲ ਕਿਤੇ ਕਿਤੇ ਰੇਤ ਦੇ ਟਿੱਬੇ ਬਣ ਗਏ ਨੇ ਅਤੇ ਹੜ੍ਹਾਂ ਤੋਂ ਬਚਾਅ ਲਈ ਕਈ ਥਾਵਾਂ 'ਤੇ ਡਰੇਨਾਂ ਵੀ ਕੱਢੀਆਂ ਗਈਆਂ। ਇਹਨਾਂ ਟਿੱਬਿਆਂ ਨੂੰ ਵਾਹੀਯੋਗ ਬਣਾ ਲਿਆ ਗਿਆ। ਦੱਖਣ ਪੱਛਮੀ ਰੇਤਲੇ ਟਿੱਬਿਆਂ ਦੇ ਵਿੱਚ ਪੰਜਾਬ ਦੇ ਦੱਖਣ ਪੱਛਮ 'ਚ ਰਾਜਸਥਾਨ ਨਾਲ ਲੱਗਦੀ ਸਰਹੱਦ 'ਤੇ ਰੇਤਲੇ ਟਿੱਬੇ ਆਮ ਮਿਲਦੇ ਨੇ। ਇਸ ਖੇਤਰ ਦਾ ਜਿਹੜਾ ਜਲਵਾਯੂ ਹੈ, ਖੇਤਰ ਦੀ ਜਲਵਾਯੂ ਅਰਧ ਖੁਸ਼ਕ ਹੈ ਅਤੇ ਇਸ ਤਰ੍ਹਾਂ ਦੇ ਟਿੱਬੇ ਆਮ ਤੌਰ 'ਤੇ ਬਠਿੰਡਾ, ਮਾਨਸਾ, ਫਾਜ਼ਿਲਕਾ, ਫਰੀਦਕੋਟ, ਸੰਗਰੂਰ, ਮੁਕਤਸਰ ਅਤੇ ਪਟਿਆਲਾ ਜ਼ਿਲ੍ਹਿਆਂ 'ਚ ਦੇ ਦੱਖਣੀ ਭਾਗਾਂ ਅਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਮੱਧਵਰਤੀ ਭਾਗਾਂ 'ਚ ਮਿਲਦੇ ਨੇ। ਇਹਨਾਂ ਟਿੱਬਿਆਂ ਦੀ ਢਲਾਣ ਟੇਢੀ ਮੇਢੀ ਹੈ ਅਤੇ ਪੰਜਾਬ ਵਿੱਚ ਰੇਤ ਦੇ ਟਿੱਬੇ ਪੱਧਰ ਕਰਕੇ ਵਾਹੀਯੋਗ ਇਹਨਾਂ ਨੂੰ ਬਣਾ ਲਿਆ ਗਿਆ। ਇਹ ਪੰਜਾਬ ਦੇ ਮਿਹਨਤੀ ਕਿਸਾਨਾਂ ਦੀ ਸਿੰਚਾਈ ਦੀ ਮਦਦ ਨਾਲ ਇਸ ਖੇਤਰ ਵਿੱਚ ਸਫਲਤਾਪੂਰਵਕ ਉਹਨਾਂ ਨੇ ਕੰਮ ਕੀਤੇ। ਤਾਂ ਇਹ ਅੱਗੇ ਅਸੀਂ ਜਿਹੜਾ ਸੀਗਾ ਨੈਲੀ ਹੋ ਗਿਆ, ਘੱਗਰ ਦੇ ਜਲੌੜੀ ਮੈਦਾਨ ਹੋ ਗਏ। ਤਾਂ ਇਹ ਅੱਗੇ ਅਸੀਂ ਕਰ ਸਕਦੇ ਹਾਂ ਅਭਿਆਸ। ਤਾਂ ਇਹਦੇ ਵਿੱਚ ਨਕਸ਼ਾ ਤੁਸੀਂ ਬਣਾ ਸਕਦੇ ਹੋ, ਨਕਸ਼ਾ ਭਰ ਸਕਦੇ ਹੋ।
ਤਾਂ ਪੰਜਾਬ ਦੇ ਰੇਖਾ ਚਿੱਤਰ ਵਿੱਚ ਉਹਨੂੰ ਤੁਸੀਂ ਅੰਕਿਤ ਕਰ ਸਕਦੇ ਹੋ। ਹੁਸ਼ਿਆਰਪੁਰ ਸ਼ਿਵਾਲਿਕ ਅਤੇ ਰੋਪੜ ਸ਼ਿਵਾਲਿਕ ਦੀਆਂ ਸ਼੍ਰੇਣੀਆਂ ਜਿਹੜੀਆਂ ਹੈਗੀਆਂ ਉਹ ਤੁਸੀਂ ਪੰਜਾਬ ਦੇ ਨਕਸ਼ੇ 'ਚ ਦਿਖਾ ਸਕਦੇ ਹੋ। ਇਸੇ ਤਰ੍ਹਾਂ ਸਤਲੁਜ ਦਰਿਆ ਦਾ ਬੇਟ ਦਾ ਖੇਤਰ ਵੀ ਦਿਖਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਅਰਧ ਪਹਾੜੀ ਮੈਦਾਨਾਂ ਅਤੇ ਦੱਖਣੀ ਪੱਛਮੀ ਰੇਤਲੇ ਇਲਾਕਿਆਂ ਵਾਲੇ ਜ਼ਿਲ੍ਹਿਆਂ ਦੀਆਂ 3 ਜਿਹੜੀਆਂ ਸੂਚੀਆਂ ਨੇ ਉਹ ਬਣਾ ਕੇ ਆਪਣੀ ਜਮਾਤ ਦੇ ਤੁਸੀਂ ਕਮਰੇ 'ਚ ਵੀ ਲਗਾ ਸਕਦੇ ਹੋ, ਤੁਸੀਂ ਆਪਣੀ ਨੋਟਬੁੱਕ 'ਤੇ ਵੀ ਨੋਟ ਕਰ ਸਕਦੇ ਹੋ। ਇਸੇ ਤਰ੍ਹਾਂ ਜਿਹੜੇ ਅਸੀਂ ਪਾਠ ਪੜ੍ਹਿਆ ਇਹਦੇ ਵਿੱਚ ਪੁਰਾਣੇ ਜਲੌੜ ਦੇ ਖੇਤਰ ਨਾਲ ਨਿਰਮਿਤ ਇਲਾਕੇ ਨੂੰ ਕੀ ਕਿਹਾ ਜਾਂਦਾ ਹੈ, ਇਹਦੇ ਬਾਰੇ ਤੁਸੀਂ ਨੋਟ ਕਰ ਸਕਦੇ ਹੋ। ਅਤੇ ਖਾਡਰ ਜਾਂ ਬੇਟ ਤੋਂ ਕੀ ਭਾਵ ਹੈ ਇਹ ਵੀ ਅਸੀਂ ਦੇਖ ਸਕਦੇ ਹਾਂ ਕਿ ਖਾਡਰ ਦਾ ਇਲਾਕਾ ਕਿਹੜਾ ਹੁੰਦਾ, ਬੇਟ ਦਾ ਇਲਾਕਾ ਜਿਹੜਾ ਹੈਗਾ ਉਹ ਕਿਹੜਾ ਹੁੰਦਾ। ਇਸੇ ਤਰ੍ਹਾਂ ਪੰਜਾਬ ਦੇ ਮੈਦਾਨਾਂ ਨੂੰ ਕਿਹੜੇ ਭਾਗਾਂ 'ਚ ਵੰਡਿਆ ਜਾ ਸਕਦਾ ਹੈ, ਇਹ ਪ੍ਰਸ਼ਨ ਬਣਦਾ ਹੈ। ਪੰਜਾਬ ਵਿਚਲੇ ਰੇਤਲੇ ਟਿੱਬੇ ਕਿਹੜੇ ਪਾਸੇ ਨੇ। ਇਸੇ ਤਰ੍ਹਾਂ ਚੰਗਰ ਜਿਹੜਾ ਹੈਗਾ ਉਹ ਕਿਹਨੂੰ ਕਹਿੰਦੇ ਆ। ਅੱਗੇ ਸਾਡੇ ਕੋਲ ਆ ਗਿਆ ਕਿਹੜਾ ਸਥਾਨ ਸਹੀ ਹੈ ਅਤੇ ਕਿਹੜਾ ਗਲਤ ਹੈ। ਜਿਵੇਂ ਹਿਮਾਲਿਆ ਦਾ ਸਭ ਤੋਂ ਬਾਹਰੀ ਲੜੀ ਦਾ ਨਾਮ ਸ਼ਿਵਾਲਿਕ ਹੈ, ਕੀ ਇਹ ਸਹੀ ਹੈ ਜਾਂ ਗਲਤ ਹੈ, ਤਾਂ ਤੁਸੀਂ ਆਪਣੀ ਨੋਟਬੁੱਕ 'ਤੇ ਨੋਟ ਕਰ ਸਕਦੇ ਹੋ। ਹਿਮਾਲਿਆ ਦੀ ਸਭ ਤੋਂ ਬਾਹਰੀ ਲੜੀ ਦਾ ਨਾਮ ਸ਼ਿਵਾਲਿਕ ਹੈ। ਇਸੇ ਤਰ੍ਹਾਂ ਅਗਲਾ ਸਹੀ ਅਤੇ ਗਲਤ ਕਥਨ ਦੇ ਵਿੱਚੋਂ ਤੁਸੀਂ ਟਿਕ ਕਰਨਾ। ਕੰਢੀ ਖੇਤਰ ਰੂਪਨਗਰ ਅਤੇ ਪਟਿਆਲਾ ਦੇ ਦੱਖਣੀ ਇਲਾਕਿਆਂ ਵਿੱਚ ਹੈ, ਇਹ ਠੀਕ ਹੈ ਜਾਂ ਗਲਤ ਹੈ ਤਾਂ ਨੋਟ ਕਰਨਾ ਤੁਸੀਂ ਆਪਣੀ ਨੋਟਬੁੱਕ 'ਤੇ। ਅਗਲਾ ਪੁਆਇੰਟ ਹੈਗਾ ਹੁਸ਼ਿਆਰਪੁਰ ਸ਼ਿਵਾਲਿਕ ਸਤਲੁਜ ਅਤੇ ਬਿਆਸ ਦਰਿਆ ਵਿਚਾਲੇ ਹੈ, ਇਹ ਤੁਸੀਂ ਦੇਖਣਾ ਕਿ ਕੀ ਇਹ ਸਹੀ ਹੈ ਜਾਂ ਗਲਤ ਹੈ। ਅੱਗੇ ਹੈਗਾ ਪੰਜਾਬ ਦੇ ਦੱਖਣ ਪੂਰਬ ਵਿੱਚ ਘੱਗਰ ਦੇ ਜਲੌੜੀ ਮੈਦਾਨ ਨੈਲੀ ਕਹਾਉਂਦੇ ਨੇ। ਤਾਂ ਇਸੇ ਤਰ੍ਹਾਂ ਅਗਲਾ ਜਿਹੜਾ ਹੈਗਾ ਤਾਂ ਇਹਦੇ 'ਚ ਲਿਖਿਆ ਕਿ ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਤੁਸੀਂ ਆਪਣੀ ਨੋਟਬੁੱਕ 'ਤੇ ਨੋਟ ਕਰਨੇ ਆ। ਕੰਢੀ ਇਲਾਕੇ ਦੀਆਂ ਵਿਸ਼ੇਸ਼ਤਾਵਾਂ ਲਿਖੋ ਅਤੇ ਦੱਸੋ ਕਿ ਇਹ ਕਿਹੜੇ ਜ਼ਿਲ੍ਹਿਆਂ ਵਿੱਚ ਪੈਂਦਾ ਹੈ। ਕੰਢੀ ਇਲਾਕੇ ਦੀਆਂ ਵਿਸ਼ੇਸ਼ਤਾਵਾਂ ਤੁਸੀਂ ਆਪਣੀ ਨੋਟਬੁੱਕ 'ਤੇ ਲਿਖਣੀ ਹੈ ਔਰ ਦੇਖਣਾ ਕਿ ਇਹ ਕਿਹੜੇ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ, ਕਿਹੜੇ ਜ਼ਿਲ੍ਹਿਆਂ 'ਚ ਪੈਂਦਾ ਹੈ। ਇਸੇ ਤਰ੍ਹਾਂ ਅਗਲਾ ਪ੍ਰਸ਼ਨ ਹੈਗਾ ਮੌਸਮੀ ਚੌਕ ਕੀ ਹੁੰਦੇ ਨੇ। ਮੌਸਮੀ ਚੌਕ ਕੀ ਹੁੰਦੇ ਨੇ, ਉਦਾਹਰਨ ਦੇ ਕੇ ਇਹ ਸਪਸ਼ਟ ਕਰਨਾ। ਤਾਂ ਮੌਸਮੀ ਚੌਕਾਂ ਬਾਰੇ ਤੁਸੀਂ ਉਦਾਹਰਨਾਂ ਦੇ ਕੇ ਉਹਨੂੰ ਡਿਟੇਲ ਲਿਖਣੀ ਹੈ। ਅਗਲਾ ਪ੍ਰਸ਼ਨ ਹੈਗਾ ਪੰਜਾਬ ਦੇ ਜਲੌੜੀ ਮੈਦਾਨਾਂ ਦੀ ਉਤਪੱਤੀ ਬਾਰੇ ਇੱਕ ਨੋਟ ਲਿਖਣਾ। ਜੇ ਅਸੀਂ ਪੜ੍ਹਿਆ ਸੀਗਾ ਪੰਜਾਬ ਦੇ ਜਲੌੜੀ ਮੈਦਾਨ, ਤਾਂ ਤੁਸੀਂ ਆਪਣੀ ਨੋਟਬੁੱਕ 'ਤੇ ਇਹਦੇ 'ਤੇ ਵੀ ਇੱਕ ਨੋਟ ਲਿਖਣਾ। ਇਸੇ ਤਰ੍ਹਾਂ ਗੁਰਦਾਸਪੁਰ ਪਠਾਨਕੋਟ ਸ਼ਿਵਾਲਿਕ 'ਤੇ ਇੱਕ ਨੋਟ ਲਿਖਣਾ ਹੈ। ਅਤੇ ਸਾਡਾ ਪਾਠ ਸੀਗਾ ਜਿਹੜਾ ਕਿ ਅਸੀਂ ਜੋਗਰਫੀ ਦਾ ਪਾਠ ਪੜ੍ਹਿਆ, ਸਾਡਾ ਜੋਗਰਫੀ ਦਾ ਪਾਠ ਨੰਬਰ 2 ਇਸ ਦਾ ਬੀ ਪਾਰਟ ਪੰਜਾਬ ਫਿਜ਼ੀਓਗ੍ਰਾਫਿਕ ਯੂਨਿਟਸ। ਤਾਂ ਅਸੀਂ ਪੰਜਾਬ ਦੇ ਭੌਤਿਕ ਸਰੂਪ ਤੋਂ ਸਾਰੇ ਜਾਣੂ ਹਾਂ। ਤਾਂ ਪੰਜਾਬ ਦੇ ਮੈਦਾਨ ਜਿਹੜੇ ਹੈਗੇ ਸੰਸਾਰ ਦੇ ਸਭ ਤੋਂ ਉਪਜਾਊ ਮੈਦਾਨਾਂ 'ਚ ਹਨ ਔਰ ਪੰਜਾਬ ਦੇ ਵਿੱਚ ਵੱਖ-ਵੱਖ ਫਿਜ਼ੀਓਗ੍ਰਾਫਿਕ ਯੂਨਿਟਸ ਜਿਹੜੇ ਹੈਗੇ ਉਹ ਪਾਏ ਜਾਂਦੇ ਨੇ।